ਸੰਗਤ ਜੀ, ਰਾਧਾ ਸੁਆਮੀ ਜੀ। ਸੰਗਤ ਜੀ, ਅੱਜ ਅਸੀਂ ਜੋ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਇਸ ਸਾਖੀ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਪਤਾ ਲੱਗੇਗਾ ਕਿ ਆਖਿਰ ਨਾਮ ਲੈਣ ਤੋਂ ਬਾਅਦ ਵੀ ਸਾਡੀ ਤਰੱਕੀ ਕਿਉਂ ਨਹੀਂ ਹੋ ਪਾਉਂਦੀ। ਐਸਾ ਕੀ ਕਾਰਨ ਹੈ ਜੋ ਕਈ ਸਾਲ ਸਾਨੂੰ ਨਾਮ ਲਿੱਤੇ ਨੂੰ ਹੋ ਗਏ ਨੇ, ਪਰ ਅੰਦਰ ਕੁਝ ਦਿਖਾਈ ਨਹੀਂ ਦਿੰਦਾ ਹੈ, ਸਾਡਾ ਪਰਦਾ ਨਹੀਂ ਖੁੱਲਦਾ ਹੈ। ਗਲਤੀ ਕਿੱਥੇ ਹੋ ਰਹੀ ਹੈ? ਸਾਖੀ 'ਚ ਸਾਨੂੰ ਪਤਾ ਲੱਗੇਗਾ। ਸੋ ਸਾਖੀ ਸ਼ੁਰੂ ਕਰਦੇ ਹਾਂ। ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਜੋ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਕਿ ਅਸੀਂ ਜਦੋਂ ਵੀ ਕੋਈ ਸਾਖੀ ਜਾਂ ਸਤਸੰਗ ਪਾਈਏ ਉਹ ਤੁਹਾਡੇ ਤੱਕ ਪਹੁੰਚ ਸਕੇ। ਸੰਗਤ ਜੀ, ਰਾਜਾ ਜਨਕ ਨੂੰ ਅਸੀਂ ਸਾਰੇ ਜਾਣਦੇ ਹੀ ਹਾਂ। ਇੱਕ ਵਾਰ ਰਾਜਾ ਜਨਕ ਨੇ ਆਪਣੇ ਸਲਾਹਕਾਰਾਂ ਨੂੰ, ਆਪਣੇ ਵਜ਼ੀਰਾਂ ਨੂੰ ਕਿਹਾ ਕਿ ਮੈਨੂੰ ਸੱਚਾ ਗਿਆਨ, ਅਸਲ ਗਿਆਨ ਚਾਹੀਦਾ ਹੈ। ਉਹਨੇ ਕਿਹਾ ਕਿ ਅਸੀਂ ਕਿਸ ਵਾਸਤੇ ਇਸ ਧਰਤੀ ਤੇ ਆਏ ਹਾਂ, ਸਾਡਾ ਮਕਸਦ ਕੀ ਹੈ, ਕੋਈ ਐਸਾ ਹੈ ਜੋ ਸਾਨੂੰ ਇਹ ਸਮਝਾ ਸਕੇ। ਰਾਜੇ ਦੇ ਵਜ਼ੀਰਾਂ ਨੇ ਕਿਹਾ ਕਿ ਰਾਜਾ ਜੀ, ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਸਾਧੂ ਸੰਤ ਜੋਗੀ ਹਨ, ਪੜ੍ਹੇ ਲਿਖੇ ਵਿਦਵਾਨ ਹਨ, ਕੋਈ ਨਾ ਕੋਈ ਤਾਂ ਮਿਲ ਹੀ ਜਾਵੇਗਾ। ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ ਦਿਨ ਦਾ ਹਵਨ ਰੱਖ ਲਓ, ਸਾਰੇ ਇਲਾਕੇ ਦੇ ਵਿੱਚ ਸਾਧੂ ਸੰਤਾਂ ਨੂੰ ਬੁਲਾਵਾ ਭੇਜੋ, ਕੋਈ ਨਾ ਕੋਈ ਤਾਂ ਤੁਹਾਨੂੰ ਉਸ ਸੱਚੇ ਗਿਆਨ ਬਾਰੇ ਜ਼ਰੂਰ ਦੱਸੇਗਾ। ਰਾਜੇ ਨੇ ਉਸੇ ਤਰ੍ਹਾਂ ਕੀਤਾ। ਇੱਕ ਦਿਨ ਦਾ ਹਵਨ ਰਾਜੇ ਨੇ ਰੱਖਿਆ ਤੇ ਇਲਾਕੇ ਦੇ ਸਾਰੇ ਸਾਧੂ ਸੰਤਾਂ ਨੂੰ ਬੁਲਾਇਆ ਤੇ ਰਾਜਾ ਭੇਸ ਬਦਲ ਕੇ ਉਹਨਾਂ ਸਾਧੂਆਂ ਦੇ ਵਿੱਚ ਘੁੰਮਣ ਲੱਗ ਗਿਆ। ਉਹਨੇ ਸੋਚਿਆ ਕਿ ਕੋਈ ਸ਼ਾਇਦ ਮੇਰੇ ਕੰਨ ਦੇ ਵਿੱਚ ਅਸਲ ਗੱਲ ਪੈ ਜਾਵੇ ਕਿ ਅਸੀਂ ਇਸ ਦੁਨੀਆ ਦੇ ਵਿੱਚ ਕਰਨ ਕੀ ਆਏ ਹਾਂ, ਸਾਡਾ ਮਕਸਦ ਕੀ ਹੈ, ਕੋਈ ਅਸਲ ਗਿਆਨ ਮੇਰੇ ਕੰਨ ਪੈ ਜਾਵੇ, ਮੈਨੂੰ ਪਤਾ ਲੱਗ ਜਾਵੇ। ਜਦੋਂ ਉਸ ਨੇ ਘੁੰਮ ਕੇ ਦੇਖਿਆ ਤੇ ਬੜਾ ਨਿਰਾਸ਼ ਹੋਇਆ ਕਿ ਇਹ ਤਾਂ ਸਾਧੂ ਜੋਗੀ ਜਿੰਨੇ ਵੀ ਆਏ ਨੇ, ਇਹ ਆਪਸ ਦੇ ਵਿੱਚ ਵੇਦ ਸ਼ਾਸਤਰ ਦੀ ਹੀ ਗੱਲ ਕਰਦੇ ਪਏ ਨੇ। ਕੋਈ ਕਹਿੰਦਾ ਹੈ ਕਿ ਮੈਂ ਤੇਰੇ ਤੋਂ ਜ਼ਿਆਦਾ ਵੇਦ ਜਾਣਦਾ ਹਾਂ, ਕੋਈ ਕਹਿੰਦਾ ਹੈ ਕਿ ਮੈਂ ਇੰਨੀ ਤਪੱਸਿਆ ਕੀਤੀ ਹੈ, ਕੋਈ ਤਾਂ ਇੰਨੇ ਸੀਗੇ ਕਿ ਹੱਥਾਂ ਪਾਈ ਤੱਕ ਉਤਰ ਆਏ। ਰਾਜੇ ਨੇ ਦੇਖਿਆ ਕਿ ਇਹ ਸਭ ਤਾਂ ਅਹੰਕਾਰ ਦੇ ਵਿੱਚ ਆਪਣੀ ਆਪਣੀ ਵਡਿਆਈ ਕਰਨ ਲੱਗੇ ਹੋਏ ਨੇ, ਇਹਨਾਂ ਕੋਲੋਂ ਮੈਨੂੰ ਅਸਲ ਗਿਆਨ ਕਿੱਥੋਂ ਮਿਲ ਸਕੇਗਾ। ਇਹ ਤਾਂ ਸਭ ਗ੍ਰੰਥ ਪੋਥੀਆਂ ਨੂੰ ਰੱਟ ਕੇ ਬੈਠੇ ਨੇ, ਹੋਰ ਇਹਨਾਂ ਦੇ ਪੱਲੇ ਕੁੱਖ ਵੀ ਨਹੀਂ ਹੈ। ਨਿਰਾਸ਼ ਹੋ ਕੇ ਰਾਜਾ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ। ਰਾਜੇ ਨੂੰ ਵਜ਼ੀਰ ਨੇ ਕਿਹਾ ਕਿ ਅਗਰ ਤੁਸੀਂ ਅਸਲ ਗਿਆਨ ਚਾਹੁੰਦੇ ਹੋ ਤੇ 7 ਦਿਨ ਦਾ ਹਵਨ ਰੱਖੋ ਤੇ ਸਾਰੇ ਦੇਸ਼ ਦੇ ਵਿੱਚੋਂ, ਪੂਰੇ ਹਿੰਦੁਸਤਾਨ ਦੇ ਵਿੱਚੋਂ ਸਾਧੂ ਰਿਸ਼ੀਆਂ ਯੋਗੀਆਂ ਨੂੰ ਬੁਲਾਓ, ਬੜੀਆ ਬੜੀਆ ਖਾਣੇ ਬਣਾਓ, ਬੜੀਆ ਬੜੀਆ ਭੋਜਨ ਬਣਾਓ, ਇਹ ਤਾਂ ਮੱਖੀ ਦੇ ਵਾਂਗ ਆ ਜਾਣਗੇ। ਖੈਰ, ਰਾਜਾ ਜਨਕ ਨੇ ਸਾਰੇ ਦੇਸ਼ ਦੇ ਵਿੱਚ ਢਿੰਡੋਰਾ ਪਿਟਵਾ ਦਿੱਤਾ ਕਿ 7 ਦਿਨ ਦਾ ਮਹਾ ਹਵਨ ਹੋਣ ਜਾ ਰਿਹਾ ਹੈ ਤੇ ਸਾਰੇ ਸਾਧੂ ਯੋਗੀ ਮਹਾਤਮਾ ਨੂੰ ਉੱਥੇ ਪਹੁੰਚਣ ਦਾ ਹੁਕਮ ਹੈ। ਉਹਨਾਂ ਅੱਗੇ ਅਰਦਾਸ ਹੈ ਕਿ ਉਹ ਸਾਰੇ ਪਹੁੰਚਣ। ਉਹਨਾਂ ਦੇ ਖਾਣ ਦੇ ਲਈ, ਉਹਨਾਂ ਦੇ ਰਹਿਣ ਦੇ ਲਈ ਰਾਜੇ ਨੇ ਖੁੱਲੀ ਜਗ੍ਹਾ ਦੇ ਉੱਤੇ ਤੰਬੂ ਵਗੈਰਾ ਲਗਾ ਕੇ ਰੱਖੇ ਹੋਏ ਸੀ। ਬੜੇ ਜਾਣੇ ਆਏ। ਰਾਜੇ ਨੇ ਫਿਰ ਭੇਸ ਬਦਲ ਕੇ ਉਹਨਾਂ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਉਹ 7 ਦਿਨ ਤੱਕ ਘੁੰਮਦਾ ਰਿਹਾ, ਪਰ ਉਸ ਨੂੰ ਕਿਸੇ ਵੀ ਜਗ੍ਹਾ ਦੇ ਉੱਤੋਂ ਕੋਈ ਵੀ ਕੰਮ ਦੀ ਗੱਲ ਨਾ ਮਿਲੀ, ਕਿਤੋਂ ਵੀ ਸਹੀ ਗਿਆਨ ਨਹੀਂ ਮਿਲਿਆ। 7 ਦਿਨ ਬਾਅਦ ਉਹ ਆਪਣੇ ਮਹਿਲਾਂ ਦੇ ਵਿੱਚ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਅੰਦਰੋਂ ਖਾਲੀ ਨੇ, ਸਭ ਹਉਮੈ ਦੇ ਸ਼ਿਕਾਰ ਨੇ, ਗ੍ਰੰਥ ਪੋਥੀਆਂ ਰੱਟੀ ਬੈਠੇ ਨੇ, ਬਸ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਰਾਜਾ ਨਿਰਾਸ਼ ਹੋ ਗਿਆ। ਕਿਸੇ ਨੇ ਕਿਹਾ ਕਿ ਰਾਜਾ ਜੀ, ਅਗਰ ਤੁਸੀਂ ਅਸਲ ਗਿਆਨ ਚਾਹੁੰਦੇ ਹੋ ਤੇ ਇਹ ਹਵਨ ਦੇ ਵਿੱਚੋਂ ਨਹੀਂ ਮਿਲੇਗਾ,
ਅਗਰ ਤੁਸੀਂ ਅਸਲ ਗਿਆਨ ਨੂੰ ਲੈਣਾ ਹੈ ਤੇ ਫਿਰ ਤੁਹਾਨੂੰ ਆਪ ਚੱਲ ਕੇ ਜਾਣਾ ਪਵੇਗਾ। ਜਿਹਦੇ ਕੋਲ ਗਿਆਨ ਹੁੰਦਾ ਹੈ ਉਹ ਕਦੀ ਵੀ ਚੱਲ ਕੇ ਨਹੀਂ ਆਉਂਦਾ ਹੈ। ਤੁਹਾਨੂੰ ਕਾਮਲ ਮੁਰਸ਼ਦ ਪੂਰੇ ਗੁਰੂ ਦੇ ਕੋਲ ਜਾਣਾ ਪਵੇਗਾ। ਰਾਜੇ ਨੇ ਕਿਹਾ ਕਿ ਮੈਂ ਜਾਣ ਨੂੰ ਤਿਆਰ ਹਾਂ। ਕੀ ਕੋਈ ਐਸਾ ਪੂਰਾ ਗੁਰੂ ਹੈ ਜੋ ਮੈਨੂੰ ਅਸਲ ਗਿਆਨ ਦੇ ਸਕੇ? ਤੇ ਉਹਨਾਂ ਨੇ ਕਿਹਾ, ਬਿਲਕੁਲ ਮਹਾਰਾਜ ਜੀ, ਤੁਸੀਂ ਅਸ਼ਟਾਵਕਰ ਦੇ ਕੋਲ ਜਾਓ, ਉਸ ਦੇ ਕੋਲ ਤੁਹਾਨੂੰ ਅਸਲ ਗਿਆਨ ਜ਼ਰੂਰ ਮਿਲੇਗਾ। ਅਸ਼ਟਾਵਕਰ ਉਸ ਨੂੰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹਦੇ ਸਰੀਰ ਦੇ ਵਿੱਚ 8 ਕੁੱਬ ਸੀ, ਇਸ ਲਈ ਉਸ ਨੂੰ ਅਸ਼ਟਾਵਕਰ ਕਹਿੰਦੇ ਸੀ। ਉਹਨਾਂ ਕਿਹਾ ਕਿ ਉਸ ਦੇ ਸਰੀਰ ਨੂੰ ਤੁਸੀਂ ਨਾ ਦੇਖਣਾ, ਉਹਦੇ ਚਿਹਰੇ ਨੂੰ ਦੇਖਣਾ, ਉਹਦੇ ਮਸਤਕ ਨੂੰ ਦੇਖਣਾ, ਉਹਦੀਆਂ ਅੱਖਾਂ ਨੂੰ ਦੇਖਣਾ ਤੇ ਮਹਿਸੂਸ ਕਰਨਾ ਉਹ ਕੋਈ ਆਮ ਇਨਸਾਨ ਨਹੀਂ ਹੈ, ਉਹ ਪੂਰਾ ਗੁਰੂ ਹੈ। ਰਾਜਾ ਅਸ਼ਟਾਵਕਰ ਦੇ ਕੋਲ ਆਪ ਚੱਲ ਕੇ ਗਿਆ। ਉਸ ਨੇ ਅਸ਼ਟਾਵਕਰ ਨੂੰ ਕਿਹਾ ਕਿ ਤੁਸੀਂ ਇਹ ਨਾ ਸੋਚਿਓ ਕਿ ਰਾਜਾ ਤੁਹਾਡੇ ਕੋਲ ਆਇਆ ਹੈ। ਤੁਸੀਂ ਇਹ ਸੋਚੋ, ਇਹ ਮੰਨੋ ਕਿ ਇੱਕ ਭਿਖਾਰੀ ਤੁਹਾਡੇ ਦਰ ਦੇ ਉੱਤੇ ਭੀਖ ਮੰਗਣ ਆਇਆ ਹੈ। ਮੈਂ ਬੜੇ ਧੱਕੇ ਖਾਧੇ ਨੇ, ਬੜਾ ਕੁਝ ਕੀਤਾ ਹੈ, ਪਰ ਮੈਨੂੰ ਅਸਲ ਗਿਆਨ ਕਿਸੇ ਦੇ ਕੋਲੋਂ ਨਹੀਂ ਮਿਲਿਆ। ਮੈਨੂੰ ਅਸਲ ਗਿਆਨ ਦੇ ਕੇ ਮੇਰੀ ਝੋਲੀ ਭਰ ਦਿਓ। ਅਸ਼ਟਾਵਕਰ ਨੇ ਕਿਹਾ ਕਿ ਰਾਜੇ, ਤੇਰੇ ਅੰਦਰ ਬੜੀ ਨਿਮਰਤਾ ਹੈ, ਤੇਰੇ ਅੰਦਰ ਗਿਆਨ ਪਾਉਣ ਦੀ ਬੜੀ ਤੜਪ ਹੈ, ਇਸ ਲਈ ਮੈਂ ਤੇਰੇ ਮਹਿਲਾਂ ਦੇ ਵਿੱਚ ਆਵਾਂਗਾ ਤੇ ਕੱਲ ਤੈਨੂੰ ਆ ਕੇ ਅਸਲ ਗਿਆਨ ਦਵਾਂਗਾ, ਤੂੰ ਫਿਕਰ ਨਾ ਕਰ। ਰਾਜੇ ਨੇ ਅਗਲੇ ਦਿਨ ਆਪਣੇ ਮਹਿਲਾਂ ਦੇ ਵਿੱਚ ਆਪਣੇ ਰਿਸ਼ਤੇਦਾਰ, ਯਾਰ, ਦੋਸਤ ਸਭ ਇਕੱਠੇ ਕਰ ਲਏ। ਸਟੇਜ ਦੇ ਉੱਤੇ 2 ਸਿੰਘਾਸਨ ਲਗਾ ਦਿੱਤੇ ਗਏ, ਇੱਕ ਰਾਜੇ ਦੇ ਲਈ, ਇੱਕ ਅਸ਼ਟਾਵਕਰ ਦੇ ਲਈ। ਅਸ਼ਟਾਵਕਰ ਦਾ ਇੰਤਜ਼ਾਰ ਕਰਨ ਲੱਗ ਗਏ। ਜਦ ਅਸ਼ਟਾਵਕਰ ਆਪਣੇ 2 ਸਾਥੀਆਂ ਦੇ ਨਾਲ ਆਇਆ ਤੇ ਸਭਾ ਦੇ ਬਾਹਰ ਉਸ ਨੇ ਆਪਣੀਆਂ ਜੁੱਤੀਆਂ ਉਤਾਰ ਦਿੱਤੀਆਂ ਤੇ ਸਟੇਜ ਦੇ ਉੱਤੇ ਜਾ ਕੇ ਬੈਠ ਗਿਆ। ਅਸ਼ਟਾਵਕਰ ਜਦ ਸਟੇਜ ਦੇ ਵੱਲ ਜਾ ਰਿਹਾ ਸੀ ਤੇ ਰਾਜੇ ਦੇ ਸਕੇ ਸੰਬੰਧੀ, ਯਾਰ, ਦੋਸਤ, ਮਿੱਤਰ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਗਏ ਕਿ ਰਾਜੇ ਦੀ ਮੱਤ ਮਾਰੀ ਗਈ ਹੈ। ਇਹ ਕੁੱਬੇ ਬੰਦੇ ਨੂੰ ਕੀ ਗਿਆਨ ਹੋਵੇਗਾ? ਸਾਡੀ ਬੇਇੱਜ਼ਤੀ ਕਰਵਾਉਣ ਵਾਸਤੇ ਸਾਨੂੰ ਇਸਨੇ ਬੁਲਾਇਆ ਹੈ। ਅਸ਼ਟਾਵਕਰ ਨੇ ਰਾਜੇ ਨੂੰ ਜਾ ਕੇ ਕਿਹਾ ਕਿ ਅੱਜ ਕੱਲ ਚਮੜੇ ਦਾ ਕੀ ਭਾਅ ਚੱਲ ਰਿਹਾ ਹੈ। ਰਾਜੇ ਨੇ ਕਿਹਾ ਕਿ ਮਹਾਰਾਜ, ਮੈਨੂੰ ਕੁਝ ਸਮਝ ਨਹੀਂ ਆਈ। ਉਹਨੇ ਕਿਹਾ ਕਿ ਇਹ ਸਭ ਜਿੰਨੇ ਵੀ ਬੈਠੇ ਨੇ, ਇਹ ਸਭ ਮੇਰੇ ਤਨ ਵੱਲ ਹੀ ਤਾਂ ਦੇਖਦੇ ਪਏ ਨੇ, ਮੇਰੀ ਚਮੜੀ ਵੱਲ ਹੀ ਤਾਂ ਦੇਖਦੇ ਪਏ ਨੇ, ਪਰ ਮੇਰੇ ਗਿਆਨ ਨੂੰ ਨਹੀਂ ਦੇਖਦੇ। ਜਦ ਇੰਨੀ ਗੱਲ ਅਸ਼ਟਾਵਕਰ ਨੇ ਕਹੀ, ਸਭ ਸ਼ਰਮਿੰਦਾ ਹੋ ਗਏ। ਉਹ ਸਮਝ ਗਏ ਕਿ ਇਹ ਕੋਈ ਮਾਮੂਲੀ ਇਨਸਾਨ ਨਹੀਂ ਹੈ, ਪੂਰਾ ਮਹਾਤਮਾ ਹੈ, ਇਹ ਕੋਈ ਰੱਬ ਦਾ ਪਿਆਰਾ ਹੈ। ਇਸ ਲਈ ਉਹ ਸਾਰੇ ਚੁੱਪ ਕਰਕੇ ਬੈਠ ਗਏ। ਅਸ਼ਟਾਵਕਰ ਨੇ ਕਿਹਾ ਕਿ ਬੋਲ ਰਾਜੇ, ਤੈਨੂੰ ਕਿਹੋ ਜਿਹਾ ਗਿਆਨ ਚਾਹੀਦਾ ਹੈ? ਰਾਜੇ ਨੇ ਕਿਹਾ ਕਿ ਮਹਾਰਾਜ, ਮੈਨੂੰ ਗਿਆਨ ਚੁਟਕੀਆਂ ਦੇ ਵਿੱਚ ਚਾਹੀਦਾ ਹੈ। ਇੱਦਾਂ ਦਾ ਗਿਆਨ ਨਹੀਂ ਚਾਹੀਦਾ ਹੈ ਕਿ ਤੁਸੀਂ ਕਹੋ ਕਿ ਇਹ ਸਾਰੀ ਉਮਰ ਤੂੰ ਭਗਤੀ ਕਰ ਤੇ ਅਗਲੇ ਜਨਮ ਦੇ ਵਿੱਚ ਤੈਨੂੰ ਗਿਆਨ ਮਿਲ ਜਾਵੇਗਾ। ਮੈਨੂੰ ਫਟਾਫਟ ਵਾਲਾ ਗਿਆਨ ਚਾਹੀਦਾ ਹੈ ਜੋ ਕਿ ਚੁਟਕੀ ਦੇ ਵਿੱਚ ਮਿਲ ਜਾਵੇ। ਅਸ਼ਟਾਵਕਰ ਨੇ ਕਿਹਾ ਕਿ ਤੂੰ ਚੁਟਕੀ ਕਿਸ ਨੂੰ ਕਹਿਣਾ ਹੈ? ਰਾਜੇ ਨੇ ਕਿਹਾ ਕਿ ਮਹਾਰਾਜ, ਜਿੰਨੀ ਦੇਰ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖ ਕੇ ਘੋੜੇ ਦੀ ਕਾਠੀ ਦੇ ਉੱਤੇ ਬੈਠਣ ਨੂੰ ਟਾਈਮ ਲੱਗਦਾ ਹੈ, ਉਨੀ ਦੇਰ ਨੂੰ ਮੈਂ ਚੁਟਕੀ ਕਹਿਣਾ ਹਾਂ। ਅਸ਼ਟਾਵਕਰ ਨੇ ਕਿਹਾ ਕਿ ਰਾਜੇ, ਚੁਟਕੀ 'ਚ ਗਿਆਨ ਅਗਰ ਤੂੰ ਲੈਣਾ ਹੈ ਤੇ ਤੈਨੂੰ ਉਸ ਦੀ ਕੀਮਤ ਦੇਣੀ ਪਵੇਗੀ, ਉਸ ਦੀ ਕੀਮਤ ਅਦਾ ਕਰਨੀ ਪਵੇਗੀ। ਉਹਨੇ ਕਿਹਾ, ਸੱਚੇ ਪਾਤਸ਼ਾਹ, ਤੁਸੀਂ ਹੁਕਮ ਕਰੋ, ਜੋ ਚਾਹੋ ਤੁਸੀਂ ਲੈ ਲਵੋ। ਮੇਰੇ ਕੋਲੋਂ ਕਿਸੇ ਚੀਜ਼ ਦੀ ਘਾਟ ਹੈ, ਕਿਸੇ ਚੀਜ਼ ਦੀ ਕਮੀ ਹੈ, ਤੁਸੀਂ ਬਸ ਹੁਕਮ ਕਰੋ। ਰਾਜੇ ਨੇ ਆਪਣੇ ਵਜ਼ੀਰਾਂ ਨੂੰ ਹੁਕਮ ਕੀਤਾ ਕਿ ਜੋ ਵੀ ਮੰਗਣੇ ਉਹਨਾਂ ਨੂੰ ਉਸੇ ਵੇਲੇ ਹਾਜ਼ਰ ਕਰ ਦਿੱਤਾ ਜਾਵੇ। ਅਸ਼ਟਾਵਕਰ ਨੇ ਕਿਹਾ ਕਿ ਰਾਜੇ, ਮੈਨੂੰ ਤੇਰੇ ਕੋਲੋਂ 3 ਚੀਜ਼ਾਂ ਚਾਹੀਦੀਆਂ ਨੇ। ਉਹਨੇ ਕਿਹਾ, ਮਹਾਰਾਜ, 3 ਚੀਜ਼ਾਂ ਕਿਉਂ? ਤੁਸੀਂ 50 ਚੀਜ਼ਾਂ ਲਵੋ। ਅਸ਼ਟਾਵਕਰ ਨੇ ਕਿਹਾ ਕਿ ਨਹੀਂ, ਮੈਨੂੰ ਸਿਰਫ 3 ਹੀ ਚਾਹੀਦੀਆਂ ਨੇ। ਤੂੰ ਵਾਅਦਾ ਕਰ
ਤੇ ਫਿਰ ਮੈਂ ਤੈਨੂੰ ਚੁਟਕੀ ਦੇ ਵਿੱਚ ਗਿਆਨ ਦੇ ਦੇਵਾਂਗਾ। ਰਾਜੇ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ, ਤੁਸੀਂ ਹੁਕਮ ਕਰੋ। ਅਸ਼ਟਾਵਕਰ ਨੇ ਕਿਹਾ ਕਿ ਤੂੰ ਮੈਨੂੰ ਆਪਣਾ ਤਨ ਦੇ ਦੇ, ਮਨ ਦੇ ਦੇ ਤੇ ਆਪਣਾ ਤਨ ਦੇ ਦੇ। ਜਦ ਤਿੰਨੇ ਦੇ ਦੇਵੇਂਗਾ ਤੈਨੂੰ ਮੈਂ ਚੁਟਕੀ ਦੇ ਵਿੱਚ ਗਿਆਨ ਦੇ ਦੇਵਾਂਗਾ। ਇਹ ਮੇਰਾ ਵਾਅਦਾ ਹੈ। ਅਸ਼ਟਾਵਕਰ ਨੇ ਕਿਹਾ ਕਿ ਫਿਰ ਅੱਜ ਤੋਂ ਇਹ ਤਨ ਮੇਰਾ ਹੋ ਗਿਆ। ਰਾਜੇ ਨੇ ਕਿਹਾ ਕਿ ਜੀ ਬਿਲਕੁਲ ਤੁਹਾਡਾ ਹੋ ਗਿਆ। ਅਸ਼ਟਾਵਕਰ ਨੇ ਕਿਹਾ ਕਿ ਫਿਰ ਤੂੰ ਇਸ ਤਖਤ ਨੂੰ ਛੱਡ ਕੇ ਜਿੱਥੇ ਮੇਰੀਆਂ ਜੁੱਤੀਆਂ ਪਈਆਂ ਹਨ ਉੱਥੇ ਜਾ ਕੇ ਬੈਠ ਜਾ। ਹੁਣ ਇਹ ਸਰੀਰ ਤੇਰਾ ਨਹੀਂ ਹੈ, ਇਹ ਤਨ ਮੇਰਾ ਹੈ। ਉਹਨੇ ਕਿਹਾ ਜੋ ਹੁਕਮ ਮਹਾਰਾਜ। ਰਾਜਾ ਸਿਆਸਨ ਤੋਂ ਉੱਠ ਕੇ ਜਿੱਥੇ ਅਸ਼ਟਾਵਕਰ ਦੀਆਂ ਜੁੱਤੀਆਂ ਪਈਆਂ ਸੀ ਉੱਥੇ ਬੈਠਣ ਲਈ ਚੱਲ ਪਿਆ। ਹੁਣ ਜੋ ਸਖੀ ਸੰਬੰਧੀ ਆਏ ਸਨ ਉਹ ਹੱਸ ਰਹੇ ਸਨ ਕਿ ਰਾਜਾ ਪਾਗਲ ਹੋ ਗਿਆ ਹੈ, ਇਹ ਕੁੱਬੇ ਦੀ ਗੱਲ ਮੰਨ ਰਿਹਾ ਹੈ। ਪਰ ਰਾਜੇ ਨੂੰ ਗਿਆਨ ਚਾਹੀਦਾ ਸੀ, ਉਹ ਚਾਹੇ ਕਿਸੇ ਵੀ ਕੀਮਤ ਦੇ ਵਿੱਚ ਮਿਲੇ। ਜਾਂਦਾ ਜਾਂਦਾ ਰਾਜਾ ਸੋਚਦਾ ਹੈ ਕਿ ਇਹ ਮੇਰੇ ਦੋਸਤ ਮਿੱਤਰ ਸਗੇ ਸੰਬੰਧੀ, ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ, ਇਹ ਤਾਂ ਮੇਰੇ ਮਹਿਲ ਦੇਖਦੇ ਨੇ, ਮੇਰੀ ਦੌਲਤ ਦੇਖਦੇ ਨੇ। ਜਦ ਉਸ ਨੂੰ ਇਹ ਵਿਚਾਰ ਆਇਆ ਤੇ ਅਸ਼ਟਾਵਕਰ ਨੇ ਉੱਚੀ ਦਿਨੀ ਆਵਾਜ਼ ਦਿੱਤੀ ਤੇ ਕਿਹਾ ਕਿ ਰਾਜੇ, ਇਹ ਦੌਲਤ ਵੀ ਤੂੰ ਮੈਨੂੰ ਸੌਂਪ ਦਿੱਤੀ ਹੈ। ਹੁਣ ਨਾ ਤੇਰਾ ਮਹਿਲ ਹੈ ਤੇ ਨਾ ਤੇਰੀ ਦੌਲਤ ਹੈ, ਸਭ ਮੇਰਾ ਹੈ। ਰਾਜੇ ਨੇ ਸੋਚਿਆ ਗੱਲ ਤਾਂ ਸਹੀ ਹੈ, ਜਦ ਮੈਂ ਆਪਣੀ ਮਹਿਲ ਠਾਠ ਬਾਠ ਸਭ ਦੌਲਤ ਸੌਂਪ ਦਿੱਤੀ ਹੈ ਫਿਰ ਮੇਰਾ ਕੀ ਰਿਹਾ। ਇਹ ਮੇਰੇ ਵਿੱਚ ਵਿਚਾਰ ਕਿਵੇਂ ਆ ਗਿਆ ਹੈ। ਅਸ਼ਟਾਵਕਰ ਨੇ ਫਿਰ ਆਵਾਜ਼ ਦਿੱਤੀ ਕਿ ਰਾਜੇ, ਇਹ ਹੁਣ ਤੂੰ ਵਿਚਾਰ ਵੀ ਨਹੀਂ ਕਰ ਸਕਦਾ ਹੈ, ਇਹ ਵਿਚਾਰ ਵੀ ਮੈਂ ਕਰ ਸਕਦਾ ਹੈ, ਵਿਚਾਰ ਵੀ ਤੇਰੇ ਹੱਥ ਨਹੀਂ ਹੈ। ਤੂੰ ਆਪਣਾ ਮਨ ਵੀ ਮੈਨੂੰ ਸੌਂਪ ਚੁੱਕਾ ਹੈ। ਰਾਜੇ ਨੇ ਸਿਰ ਫੜ ਕੇ ਕਿਹਾ, ਓਹੋ, ਮੈਂ ਤਾਂ ਇਹ ਵੀ ਸੋਚ ਨਹੀਂ ਸਕਦਾ ਕਿਉਂਕਿ ਗੁਰੂ ਨੂੰ ਸੌਂਪ ਚੁੱਕਾ ਹਾਂ। ਉਹਨੇ ਕਿਹਾ, ਮਹਾਰਾਜ ਮੈਨੂੰ ਮਾਫ ਕਰ ਦਿਓ। ਇੰਨੀ ਦੇਰ ਨੂੰ ਰਾਜਾ ਜੁੱਤੀਆਂ ਦੇ ਕੋਲ ਪਹੁੰਚ ਗਿਆ। ਉਸੇ ਵੇਲੇ ਅਸ਼ਟਾਵਕਰ ਨੇ ਆਪਣੀ ਤਵੱਜੋ ਦੇ ਨਾਲ ਰਾਜੇ ਦੇ ਅੰਦਰ ਗਿਆਨ ਪ੍ਰਗਟ ਕਰ ਦਿੱਤਾ, ਉਸ ਦਾ ਪਰਦਾ ਖੋਲ ਦਿੱਤਾ ਤੇ ਉਸ ਨੂੰ ਵਾਪਸ ਤਖਤ ਦੇ ਉੱਤੇ ਬੁਲਾ ਲਿਆ ਔਰ ਉਸ ਨੂੰ ਪੁੱਛਿਆ ਕਿ ਰਾਜੇ, ਤੈਨੂੰ ਗਿਆਨ ਹੋ ਗਿਆ ਹੈ? ਉਹਨੇ ਕਿਹਾ ਕਿ ਜੀ ਸੱਚੇ ਪਾਤਸ਼ਾਹ ਹੋ ਗਿਆ ਹੈ। ਉਹਨੇ ਕਿਹਾ ਕਿ ਕੋਈ ਸ਼ੱਕ ਹੋਵੇ, ਕੋਈ ਸਵਾਲ ਹੋਵੇ? ਉਹਨੇ ਕਿਹਾ, ਨਹੀਂ ਮਹਾਰਾਜ, ਕੋਈ ਸ਼ੱਕ ਕੋਈ ਸਵਾਲ ਨਹੀਂ ਹੈ। ਅਸ਼ਟਾਵਕਰ ਨੇ ਕਿਹਾ ਕਿ ਮੈਂ ਗਿਆਨ ਦੇਣ ਨੂੰ ਤੈਨੂੰ ਜ਼ਿਆਦਾ ਦੇਰ ਤਾਂ ਨਹੀਂ ਲਾਈ? ਉਹਨੇ ਕਿਹਾ ਕਿ ਨਹੀਂ ਮਹਾਰਾਜ, ਚੁਟਕੀ ਤੋਂ ਵੀ ਪਹਿਲਾਂ ਤੁਸੀਂ ਮੇਰਾ ਪਰਦਾ ਖੋਲ ਦਿੱਤਾ ਹੈ, ਮੈਨੂੰ ਗਿਆਨ ਦੇ ਦਿੱਤਾ ਹੈ। ਅਸ਼ਟਾਵਕਰ ਨੇ ਕਿਹਾ ਕਿ ਰਾਜਾ, ਮੈਨੂੰ ਤੇਰੇ ਤਨ ਮਨ ਔਰ ਧਨ ਦੀ ਕੋਈ ਲੋੜ ਨਹੀਂ ਹੈ। ਮੈਂ ਤੈਨੂੰ ਤਿੰਨੋਂ ਚੀਜ਼ਾਂ ਵਾਪਸ ਦਿੰਦਾ ਹਾਂ, ਪਰ ਅੱਜ ਤੋਂ ਬਾਅਦ ਇਹ ਖਿਆਲ ਰੱਖੀ ਕਿ ਇਹ ਤੇਰਾ ਨਹੀਂ ਹੈ, ਇਹ ਅਸ਼ਟਾਵਕਰ ਦਾ ਦਿੱਤਾ ਹੋਇਆ ਹੈ। ਉਹਨੇ ਕਿਹਾ ਕਿ ਮਨ ਵੀ ਮੇਰਾ ਹੈ, ਧਨ ਵੀ ਮੇਰਾ ਹੈ। ਫਿਰ ਇਹ ਜੋ ਗਿਆਨ ਤੈਨੂੰ ਮੈਂ ਚੁਟਕੀ ਦੇ ਵਿੱਚ ਮਿਲਿਆ ਹੈ, ਤੈਨੂੰ ਦਿੱਤਾ ਹੈ, ਫਿਰ ਇਹ ਤੇਰੇ ਕੋਲ ਨਹੀਂ ਰਹੇਗਾ, ਫਿਰ ਤੂੰ ਖਾਲੀ ਦਾ ਖਾਲੀ ਰਹਿ ਜਾਵੇਂਗਾ। ਉਹਨੇ ਕਿਹਾ, ਨਹੀਂ ਮਹਾਰਾਜ, ਕਦੀ ਨਹੀਂ ਭੁੱਲਾਂਗਾ। ਇਹ ਸਾਖੀ ਦੇ ਵਿੱਚ ਅਸ਼ਟਾਵਕਰ ਨੇ ਸਮਝਾਇਆ ਹੈ ਕਿ ਜਦੋਂ ਅਸੀਂ ਨਾਮ ਸਤਿਗੁਰੂ ਕੋਲ ਲੈ ਕੇ ਆਉਂਦੇ ਹਾਂ, ਫਿਰ ਤਨ ਮਨ ਔਰ ਧਨ ਸਭ ਗੁਰੂ ਨੂੰ ਸੌਂਪ ਆਉਂਦੇ ਹਾਂ, ਫਿਰ ਸਾਡਾ ਇਹਦੇ ਉੱਤੇ ਕੋਈ ਅਧਿਕਾਰ ਨਹੀਂ ਹੁੰਦਾ ਹੈ, ਇਹ ਗੁਰੂ ਦਾ ਹੋ ਜਾਂਦਾ ਹੈ। ਸੰਗਤ ਜੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਤਨ ਆਪਣਾ ਲੈ ਜਾ ਕੇ ਅਸੀਂ ਗੁਰੂ ਦੇ ਅੱਗੇ ਢੇਰੀ ਕਰ ਦਈਏ। ਸਾਡਾ ਕੁਝ ਨਹੀਂ ਹੈ, ਗੱਲ ਸਮਝਣ ਦੀ ਹੈ, ਹੋਰ ਕੁਝ ਨਹੀਂ ਹੈ। ਉਹਨਾਂ ਨੂੰ ਨਾ ਤਾਂ ਸਾਡੇ ਧਨ ਦੀ ਲੋੜ ਹੈ, ਨਾ ਹੀ ਸਾਡੇ ਮਨ ਦੀ, ਔਰ ਨਾ ਹੀ ਸਾਡੇ ਧਨ ਦੀ ਲੋੜ ਹੈ। ਅਗਰ ਗੁਰੂ ਨੇ ਕਿਹਾ ਹੈ ਕਿ ਸਵੇਰੇ ਉੱਠ ਕੇ 2.5 ਘੰਟੇ ਭਜਨ ਸਿਮਰਨ ਤੇ ਬੈਠਣਾ ਹੈ ਤੇ ਬੈਠਣਾ ਹੈ, ਚਾਹੇ ਜਿੰਨੀ ਮਰਜ਼ੀ ਨੀਂਦ ਆਵੇ, ਚਾਹੇ ਜੋ ਮਰਜ਼ੀ ਹੋਵੇ, ਅਸੀਂ ਡਿਊਟੀ ਸਮਝ ਕੇ ਬੈਠਣਾ ਹੈ। ਔਰ ਨਾ ਹੀ ਆਪਣੇ ਤਨ ਦੇ ਵਿੱਚ ਕੁਝ ਗਲਤ ਮਲਤ ਚੀਜ਼ਾਂ ਪਾਣੀਆਂ ਹਨ।
ਇਸ ਨੂੰ ਸਾਫ਼ ਸੁਥਰਾ ਰੱਖਣਾ ਹੈ, ਸੁੰਦਰ ਰੱਖਣਾ ਹੈ। ਜਿਵੇਂ ਅਸੀਂ ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਡੇਰੇ ਜਾਂਦੇ ਹਾਂ, ਕਿੰਨੀ ਸਾਫ਼ ਸਫਾਈ ਰੱਖਦੇ ਹਾਂ, ਇਸੇ ਤਰ੍ਹਾਂ ਅਸੀਂ ਇਸ ਤਨ ਦੀ ਸਫਾਈ ਰੱਖਣੀ ਹੈ, ਇਸ ਨੂੰ ਸਾਫ਼ ਰੱਖਣਾ ਹੈ। ਕਿਉਂਕਿ ਜੇ ਭਾਂਡਾ ਹੀ ਗੰਦਾ ਹੋਇਆ ਤੇ ਗੁਰੂ ਦੀ ਰਹਿਮਤ ਕਿਵੇਂ ਪਵੇਗੀ। इसे लिए बाणी च आया है कि दिल का हुजरा साफ कर, जाना के आने के लिए, ध्यान गैरों का उठा उसके बिठाने के लिए। दूजा असी मन नूं खिच के अखां दे पिछे इकट्ठा करना है, ये मन की सेवा है। ते तीजा तन दी अगर असी वरतों करनी है, गुरु का ध्यान करके, गुरु की दौलत समझ के उसनूं वरतना है। ਇਹ ਉਸ ਦਾ ਦਿੱਤਾ ਹੋਇਆ ਧਨ ਹੈ, ਸਾਡਾ ਕੁਝ ਨਹੀਂ ਹੈ, ਸਾਨੂੰ ਵਰਤਣ ਵਾਸਤੇ ਮਿਲਿਆ ਹੈ। ਅਗਰ ਸਹੀ ਵਰਤਾਂਗੇ, ਦਸਬੰਧ ਕੱਢਾਂਗੇ, ਫਿਰ ਇਹ ਗੁਰੂ ਦੀ ਸੇਵਾ ਹੈ। ਅਸੀਂ ਪੈਸੇ ਤਾਂ ਕਮਾਈ ਕਰੀ ਜਾਂਦੇ ਹਾਂ, ਪਰ ਦਸਬੰਧ ਨਹੀਂ ਕੱਢਦੇ ਹਾਂ, ਤੇ ਬਰਕਤ ਕਿਵੇਂ ਪਵੇਗੀ। ਸਾਡਾ ਪੈਸੇ ਦੇ ਨਾਲ ਇੰਨਾ ਮੋਹ ਹੈ ਕਿ ਦਸਬੰਧ ਕੱਢਣ ਲੱਗੇ ਸਾਡੀ ਜਾਨ ਨਿਕਲਦੀ ਹੈ, ਤੇ ਡਾਕਟਰਾਂ ਦੇ ਅੱਗੇ ਅਸੀਂ ਹਜ਼ਾਰਾਂ ਲੱਖਾਂ ਰੁਪਏ ਢੇਰੀ ਕਰ ਆਉਂਦੇ ਹਾਂ। ਅਗਰ ਅਸੀਂ ਦਸਬੰਧ ਕੱਢਦੇ ਰਹੀਏ ਤੇ ਇਹਨਾਂ ਮੁਸੀਬਤਾਂ ਤੋਂ ਬਚੇ ਰਹੀਏ। ਸੋ ਇਹ ਸਾਖੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਤਨ ਗੁਰੂ ਦਾ ਹੈ, ਮਨ ਗੁਰੂ ਦਾ ਹੈ, ਧਨ ਵੀ ਗੁਰੂ ਦਾ ਹੈ। ਜਦ ਅਸੀਂ ਨਾਮ ਲੈ ਲਿਆ ਹੈ ਫਿਰ ਸਭ ਕੁਝ ਗੁਰੂ ਦਾ ਹੈ, ਤੇ ਜੇ ਫਿਰ ਵੀ ਅਸੀਂ ਆਪਣਾ ਮੰਨ ਕੇ ਚੱਲਦੇ ਹਾਂ ਤੇ ਫਿਰ ਬੜੀ ਮਾੜੀ ਗੱਲ ਹੈ। ਤੇ ਫਿਰ ਵੀ ਅਸੀਂ ਮੈਂ ਕਰਦੇ ਰਹੀਏ ਤੇ ਇਹ ਮੇਰਾ ਹੈ, ਇਹ ਮੇਰਾ ਹੈ, ਸਾਡਾ ਕੁਝ ਨਹੀਂ ਹੈ। ਇਹ ਸਭ ਗੁਰੂ ਕਿਰਪਾ ਦੇ ਨਾਲ ਸਾਨੂੰ ਮਿਲਿਆ ਹੋਇਆ ਹੈ। ਜਦੋਂ ਇਹੋ ਜਿਹਾ ਜੀਵਨ ਅਸੀਂ ਜੀਵਾਂਗੇ ਫਿਰ ਭਜਨ ਸਿਮਰਨ ਦੇ ਵਿੱਚ ਤਰੱਕੀ ਜ਼ਰੂਰ ਹੋਵੇਗੀ। ਸੋ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲੈਣਾ, ਤਾਂ ਕਿ ਅਸੀਂ ਜਦੋਂ ਵੀ ਕੋਈ ਸਾਖੀ ਪਾਈਏ ਜਾਂ ਸਤਸੰਗ ਪਾਈਏ ਉਹ ਤੁਹਾਡੇ ਤੱਕ ਪਹੁੰਚ ਸਕੇ।